ਵਿਛੜ ਝੋਟਾ ਖਾਏ। ਮੂਰਖ ਜੀਵ ਆਪਣੇ ਆਪ ਨੂੰ ਤਾਂ ਪਹਿਚਾਣਦਾ ਨਹੀਂ, ਔਰਾਂ ਨੂੰ ਕਹਿ ਕੇ ਰਖੂਗਾ। ਮਨਮੁਖੀ ਅਗਿਆਨੀ ਦੀ ਆਪਦੀ ਪ੍ਰਕਿਰਤ ਬਾਣ ਨਹੀਂ ਗਈ। ਅਗਿਆਨੀ ਵਾਹਿਗੁਰੂ ਤੋਂ ਵਿਛੜਿਆ ਹੋਇਆ ਜਮਾਂ ਦੀਆਂ ਚੋਟਾਂ ਖਾਂਦਾ। ਸਤ ਗੁਰ ਕੈ ਭੈ ਭਨ ਨਾ ਕਰਿਓ, ਰਹਿ ਅੰਕ ਸਮਾਏ। ਅਨ ਦਿਨ ਸਹਿਸਾ ਕਦੇ ਨਾ ਚੂਕੈ, ਬਿਨ ਸ਼ਬਦੈ ਦੁਖ ਪਾਏ। ਪਾਤਸ਼ਾਹ ਫਰਮਾਉਂਦੇ ਨੇ, ਮੰਦ ਸੁਭਾਵ ਨੂੰ ਭੰਨਣ ਤਿਆਗ ਕਰਕੇ ਨਾ ਕਰਿਓ। ਸ਼ੁਭ ਸੁਭਾਵ ਧਾਰ ਨਹੀਂ ਕੀਤਾ, ਜਿਸ ਕਰਕੇ ਸੂਰ ਵਿੱਚ ਸਮਾਵੇ। ਰਾਵ ਨਿਤ ਦਾ ਸੰਦੇਹ ਕਦੇ ਦੂਰ ਨਹੀਂ ਹੁੰਦਾ, ਬਿਨਾਂ ਸ਼ਬਦ ਤੋਂ ਦੁੱਖ ਪਾਉਂਦਾ। ਕਾਮ ਕ੍ਰੋਧ ਲੋਭ ਅੰਤ ਸਬਲਾ, ਨਿਤ ਧੰਦਾ ਕਰਤ ਵਿਹਾਈ। ਚਰਨ ਕਰ ਦੇਖਤ ਸੁਣ ਥਕੇ, ਤੇ ਮੁਕੇ ਨੇੜੈ ਆਏ। ਅੰਤ ਸਕੰਡ ਵਿੱਚ ਕਾਮ ਕ੍ਰੋਧ ਲੋਭ ਆਦਿਕਾਂ ਦਾ ਸਮੁਦਾਉ ਸਬਲ ਹੋ ਰਿਹਾ, ਬੜੇ ਬੜੇ ਨਿਤ ਸੰਸਾਰੀ ਧੰਦਾ ਹੀ ਕਰਦਿਆਂ ਹੋਇਆਂ ਸਮਾਂ ਬਤਾਉਂਦਾ। ਧੰਦਿਆਂ ਵਿੱਚ ਵਿਹਾਰਾਂ, ਚਰਨ ਚੱਲਦੇ ਖਤ ਕਰਮ ਕਰਦੇ, ਨਿਤ ਦੇਖਦੇ ਕੰਨ ਸੁਣਦੇ, ਸਭ ਥਕਤ ਹੋ ਗਏ। ਅਵਸਥਾ ਦੇ ਦਿਨ ਪੂਰੇ ਹੋ ਚੁੱਕੇ ਨੇ, ਅੰਤ ਦੇ ਦਿਨ ਨਿਕਟ ਆ ਗਏ। ਦੇਹ ਮੁੱਕੇ ਨੇੜੇ ਆਏ, ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ। ਹੁਣ ਅੱਗਾ ਨੇੜੇ ਆ ਗਿਆ, ਪਿੱਛਾ ਦੂਰ ਰਹਿ ਗਿਆ। ਕਾਲਿਆਂ ਤੋਂ ਧੌਲੇ ਹੋ ਗਏ, ਜਵਾਨੀ ਚਲੀ ਗਈ, ਬੁਢੇਪਾ ਆ ਗਿਆ। ਸੱਚਾ ਨਾਮ ਨਾ ਲੱਗੋ ਮੀਠਾ, ਜਿਤ ਨਾਮ ਨਮ ਨਿਜ ਪਾਏ। ਜੀਵਤ ਮਰੈ ਮਰੈ ਖੁਨ ਜੀਵੈ, ਤਾ ਮੁਖੰਤਰ ਪਾਏ। ਪਾਤਸ਼ਾਹ ਫਰਮਾਉਂਦੇ ਨੇ, ਜਿਸ ਨਾਮ ਕਰਕੇ ਨੌ ਨਿਧੀ ਰੂਪ ਪਰਮੇਸ਼ਰ ਨੂੰ ਪਾ ਲਵੇ, ਪ੍ਰਾਪਤੀ ਸੋ ਸੱਚਾ ਨਾਮ ਜੀਵ ਨੂੰ ਪਿਆਰਾ ਨਹੀਂ ਲੱਗਿਆ। ਜਬ ਜੀਵ ਭਾਵ ਤੇ ਸੰਸਾਰ ਦੀ ਤਰਫੋਂ ਮਰੇ, ਪਰਮੇਸ਼ਰ ਦੀ ਤਰਫ ਜੀਵੇ, ਤਾਂ ਪੁਰਸ਼ ਅੰਤ ਸਕੰਡ ਵਿੱਚ ਮੋਖ ਨੂੰ ਪਾ ਲੈਂਦਾ ਹੈ। ਧੁਰ ਕਰਮ ਨਾ ਪਾਇਓ ਪ੍ਰਾਣੀ, ਬਿਨ ਕਰਮਾ ਕਿਆ ਪਾਏ। ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ, ਗਤ ਮਤ ਸ਼ਬਦੇ ਪਾਏ। ਜਿਸ ਪ੍ਰਾਣੀ ਦੇ ਧੁਰੋਂ ਹੀ ਐਸਾ ਕਰਮ ਨਹੀਂ ਪਾਇਆ ਜੀ ਸਭ ਪ੍ਰਾਰਬਧ ਨਹੀਂ, ਤਿਸ ਨਹਿ ਕਰਮ ਪ੍ਰਾਣੀ ਨੇ ਕਿਆ ਪਾਉਣਾ। ਭਾਵ ਨਹੀਂ ਕੁਝ ਪਾਉਣਾ। ਕਿ ਮੂਰਖ ਜੀਵ ਤੂੰ ਗੁਰੂ ਦਾ ਸ਼ਬਦ ਸੰਭਾਲ, ਤਬ ਗੁਰੂ ਸ਼ਬਦ ਸੇ ਹੀ ਮੋਖ ਦੇ ਸਾਧਨ ਗਿਆਨ ਦੀ ਬੁੱਧੀ ਪਾਈ ਜਾਵੇ। ਨਾਨਕ ਸਤਿਗੁਰ ਤਦ ਹੀ ਪਾਏ, ਜਾ ਵਿੱਚੋਂ ਆਪ ਗਵਾਏ। ਪਾਤਸ਼ਾਹ ਫਰਮਾਉਂਦੇ ਨੇ, ਜਬ ਅੰਤ ਸ਼ਕਣ ਦੇ ਵਿੱਚੋਂ ਆਪਾ ਭਉ ਖੋ ਦਵੇਂਗਾ, ਆਪ ਗਵਾਈਏ ਤਾਂ ਸੋ ਪਾਈਏ, ਔਰ ਕੈਸੀ ਜਤਰਾਏ। ਸਤਿਗੁਰੂ ਦਾ ਉਪਦੇਸ਼ ਤਬ ਤੂੰ ਪਾ ਲਵੇਂਗਾ। ਪੌੜੀ ਜਿਸ ਦਾ ਚਿਤ ਵਸਿਆ ਮੇਰਾ ਸੁਆਮੀ, ਤਿਸਨੋਂ ਕਿਉਂ ਆਦੇਸਾ ਕਿਸੈ ਗਲੇ ਧਾਰੋੜੀਐ। ਜਿਸ ਦੇ ਹਿਰਦੇ ਵਿੱਚ ਮੇਰਾ ਸੁਆਮੀ ਵਾਹਿਗੁਰੂ ਗੁਰੂ ਨਾਨਕ ਵਸਿਆ, ਤਿਸ ਨੂੰ ਕਿਸੇ ਵਾਰਤਾ ਦਾ ਸੰਸਾ ਕਰਨਾ ਕਿਉਂ ਚਾਹੀਦਾ। ਨਾ ਸੰਸਾ ਕੋਈ ਭਰਮ ਕਰੇ, ਕਿਉਂਕਿ ਹਿਰਦੇ ਵਿੱਚ ਪਰਮੇਸ਼ਰ ਬੈਠਾ ਹੈ, ਜਪਦਾ ਹੈ, ਨਿਤ ਦਾ ਨੇਮੀ ਹੈ। ਫਿਰ ਕਾਹਦਾ ਸੰਸਾ, ਕਾਹਦਾ ਭਰਮ ਹੈ। ਹਰ ਸੁਖ ਦਾਤਾ ਸਭਨਾ ਗੱਲਾਂ ਕਾ, ਤਿਸਨੋਂ ਧਿਆਇਂਦਿਆਂ ਕੇਵ ਨਿਮਕ ਘੜੀ ਮੋੜੀਐ। ਵਾਹਿਗੁਰੂ ਸਭ ਬਾਤਾਂ ਦਾ ਮਾਲਕ, ਜਬ ਸੁਖ ਦੇਣੇ ਹਾਰਾ ਹੈ, ਤਬ ਹੀ ਭਾਈ ਤੂੰ ਧਿਆਉਂਦਿਆਂ ਹੋਇਆਂ ਜਪਦਿਆਂ ਹੋਇਆਂ ਇੱਕ ਘੜੀ ਨਿਮਕ ਮਾਤਰ ਵੀ ਕਿਉਂ ਮੁਖ ਪੈਗੀ। ਜਿਨ ਹਰ ਧਿਆਇਆ ਤਿਸਨੋਂ ਸਰਬ ਕਲਿਆਣ ਹੋਏ, ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਐ ਮੋਹ ਜੋੜੀਐ।
ਨੇ ਵਾਹਿਗੁਰੂ ਦਾ ਧਿਆਨ ਕੀਤਾ ਉਹ ਸਭ ਕਲਿਆਣ ਹੋ ਗਿਆ। ਇਹ ਭਾਈ ਨਿਤ ਸੰਤ ਜਨਾਂ ਦੀ ਸੰਗਤ ਵਿੱਚ ਜਾ ਕੇ ਮੋਹ ਜੋੜ ਕੇ ਬੈਠੀਏ, ਸਨਮੁਖ ਬੈਠ ਕੇ ਕੋਈ ਸੁਣੀਏ ਕੁਝ ਗਈਏ, ਸੰਤ ਮਿਲੈ ਕਿਛ ਸੁਣੀਐ ਕਹੀਐ, ਰੱਬ ਦਾ ਪਿਆਰਾ ਮਿਲ ਜਾਏ, ਕੁਝ ਸੁਣ ਤੇ ਕਹਿ ਬੇਨਤੀ ਕਰ। ਕਿਉਂਕਿ ਸੰਗਤ ਦਾ ਵੱਡਾ ਫਲ ਤੇ ਵੱਡਾ ਮਹੱਤਵ ਹੈ। ਕਬੀਰ ਸੰਗਤ ਕਰੀਐ ਸਾਧ ਕੀ, ਅੰਤ ਕਰੇ ਨਿਰਵਾਹੋ, ਅੰਤ ਵੇਲੇ ਵੀ ਨਿਰਵਾਹ ਹੋਵੇਗਾ। ਸਾਖਤ ਸੰਗ ਨਾ ਕੀਜੀਏ ਜਾਤੇ ਹੋਏ, ਭੁੱਲ ਕੇ ਵੀ ਸਾਖਤ ਮਨਮੁਖ ਦਾ ਸੰਗ ਨਾ ਕਰੀਏ। ਜਿਨ ਹਰਿ ਧਿਆਇਆ ਤਿਸ ਕੋ ਸਰਬ ਕਲਿਆਣ ਹੋਏ, ਨਿਤ ਸੰਤ ਜਨਾਂ ਕੀ ਸੰਗਤ ਜਾਏ, ਬਹੀਐ ਮੋਹ ਜੋੜਿ। ਸਤਿਗੁਰੂ ਆਪ ਕਹਿੰਦੇ ਨੇ ਸੰਤਾਂ ਦੀ ਸੰਗਤ ਵਿੱਚ ਜਾ, ਬਖਸ਼ਿਸ਼ ਲੈ ਸੰਗਤ ਕਰ। ਸਭ ਦੁਖ ਭੁਖ ਰੋਗ ਗਏ, ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਐ। ਸੇਵਕ ਦੇ ਸਭ ਪ੍ਰਕਾਰ ਦੇ ਦੁੱਖ ਭੋਗ ਰੋਗ ਚਲੇ ਗਏ, ਦਾਸਾਂ ਦੇ ਸਭ ਜਨਮਾਦੀ ਬੰਧਨ ਟੁੱਟ ਗਏ। ਹਰ ਕਿਰਪਾ ਤੇ ਹੋਆ, ਹਰ ਭਗਤ ਜਨਾ ਕੈ, ਮੋਹਿ ਡਿਠੈ ਜਗਤ ਤਰਿਆ ਸਭ ਲੋੜੀਐ। ਵਾਹਿਗੁਰੂ ਕਿਰਪਾ ਤੇ ਹਰੀ ਭਗਤ ਹੋਇਆ। ਹਰੀ ਭਗਤ ਜਨਾਂ ਦੇ ਮੁਖ ਦੇਖਣੇ ਕਰਕੇ ਸੰਸਾਰ ਵਿੱਚ ਜੋ ਤਿਨਾਂ ਦੀ ਸ਼ਰਨ ਆਇਆ ਸੋ ਤਰ ਸਭਨਾਂ ਨੂੰ ਤਿਨਾਂ ਦਾ ਸਤਸੰਗ ਕਰਿਆ ਚਾਹੀਦਾ। ਪਾਤਸ਼ਾਹ ਫਰਮਾਉਂਦੇ ਨੇ ਸੰਗਤ ਕਰਨੀ ਚਾਹੀਦੀ ਹੈ ਰੱਬ ਦੇ ਜਨਾਂ। ਹਰ ਭਗਤ ਜਨਾਂ ਕੈ ਮੋਹਿ ਡਿਠੈ ਜਗਤ ਤਰਿਆ ਸਭ ਲੋੜੀਐ। ਕਿ ਸੰਸਾਰ ਤੇ ਤਾਰਨੇ ਨੂੰ ਸਮਰੱਥ ਨੇ ਕੌਣ, ਰੱਬ ਦੇ ਸੰਤ ਭਗਤ ਫਕੀਰ। ਸਲੋਕ ਮਹਲਾ ਤੀਜਾ, ਸਾਰਸ ਨਾ ਜਲ ਜਾਓ, ਜਿਨ ਹਰਿ ਕਾ ਸੁਆਓ ਨਾ ਪਾਇਆ। ਨਾਨਕ ਰਸਨਾ ਸ਼ਬਦ ਰਸਾਏ, ਜਿਨ ਹਰ ਹਰ ਮਨ ਵਸਾਇਆ। ਜਿਸਨੇ ਹਰੀ ਨਾਮ ਦਾ ਸਵਾਦ ਨਹੀਂ ਪਾਇਆ, ਰਸ ਨਹੀਂ ਪਾਇਆ, ਰਸਨਾ ਜਲ ਜਾਵੇ। ਜਿਨ੍ਹਾਂ ਨੇ ਮਨ ਬਾਣੀ ਤਨ ਕਰਕੇ ਮੇਰੇ ਵਾਹਿਗੁਰੂ ਨੂੰ ਅਰਾਧਿਆ, ਮਨ ਵਿੱਚ ਵਸਾਇਆ, ਇਹਨਾਂ ਸੰਤਾਂ ਦੁਆਰੇ ਰਸਨਾ ਨੂੰ ਸ਼ਬਦ ਵਿੱਚ ਰਸਾਈ ਤਦਾਕਾਰ ਕਰ। ਮਹਲਾ ਤੀਜਾ, ਸਾਰਸ ਨਾ ਜਲ ਜਾਓ, ਜਿਨ ਹਰਿ ਕਾ ਨਾਉ ਵਿਸਾਰਿਆ। ਨਾਨਕ ਗੁਰਮੁਖ ਰਸਨਾ ਹਰਿ ਜਪੈ, ਹਰਿ ਕੈ ਨਾਏ ਪਿਆਰਿਆ। ਜਿਸਨੇ ਹਰੀ ਦਾ ਨਾਮ ਭੁਲਾਇਆ, ਸੋ ਰਸਨਾ ਜਲ ਜਾਣੇ ਜੋਗ ਹੋਇਆ। ਪਾਤਸ਼ਾਹ ਫਰਮਾਉਂਦੇ ਇਹ ਪਿਆਰਿਆ, ਗੁਰਮੁਖਾਂ ਦੀ ਰਸਨਾ ਹਰਿ ਹਰਿ ਨਾਮ ਨੂੰ ਜਪਦੀ। ਪੌੜੀ ਹਰਿ ਆਪੇ ਠਾਕੁਰ ਸੇਵਕ ਭਗਤ, ਹਰਿ ਆਪੇ ਕਰੇ ਕਰਾਏ। ਹਰਿ ਆਪੇ ਵੇਖੈ ਵਿਗਸੈ ਆਪੇ, ਜਿਤ ਭਾਵੈ ਤਿਤ ਲਾਏ। ਪਾਤਸ਼ਾਹ ਫਰਮਾਉਂਦੇ ਨੇ ਹਰਿ ਆਪੇ ਠਾਕੁਰ ਸੇਵਕ ਭਗਤ, ਹਰਿ ਆਪੇ ਕਰੇ ਕਰਾਏ। ਹਰਿ ਆਪੇ ਵੇਖੈ ਵਿਗਸੈ ਆਪੇ, ਜਿਤ ਭਾਵੈ ਤਿਤ ਲਾਏ। ਅਕਾਲ ਪੁਰਖ ਨੂੰ ਸਰਬ ਰੂਪ ਕਰਕੇ ਪਾਤਸ਼ਾਹ ਫਰਮਾਉਂਦੇ ਨੇ ਕਿ ਵਾਹਿਗੁਰੂ ਆਪ ਹੀ ਠਾਕੁਰ, ਆਪ ਹੀ ਸੇਵਕ ਭਗਤ ਹੈ, ਆਪ ਹੀ ਕਰਤਾ ਤੇ ਕਰਾਉਂਦਾ, ਆਪ ਹੀ ਦੇਖਦਾ, ਆਪ ਹੀ ਦੇਖ ਕੇ ਪ੍ਰਸੰਨ ਹੁੰਦਾ ਹੈ ਮੇਰਾ ਵਾਹਿਗੁਰੂ। ਆਪ ਹੀ ਜੀਵ ਨੂੰ ਜਿੱਧਰ ਚਾਹੁੰਦਾ ਹੈ ਪਰਮੇਸ਼ਰ ਮੇਰਾ ਵਾਹਿਗੁਰੂ, ਤਹਾਂ ਲਾ ਲੈਂਦਾ। ਹਰ ਇੱਕ ਨਾਮ ਮਾਰਗ ਪਾਏ, ਆਪੇ ਹਰ ਇੱਕ ਨਾ ਉਜੜ ਪਾਏ। ਹਰ ਸੱਚਾ ਸਾਹਿਬ ਸੱਚ ਤਪਾਵਸ, ਕਰ ਵੇਖੈ ਚਲਤ ਸਵਾਏ।
ਪਾਤਸ਼ਾਹ ਫਰਮਾਉਂਦੇ ਨੇ, ਹਰ ਇੱਕ ਨਾ ਮਾਰਗ ਪਾਏ ਆਪੇ, ਹਰ ਇੱਕ ਨਾ ਉਜੜ ਪਾਏ, ਪਰਿਪੂਰਨ ਪ੍ਰਮਾਤਮਾ ਇੱਕ ਜਨਾਂ ਨੂੰ ਆਪ ਹੀ ਰਸਤੇ ਪਾਉਂਦਾ, ਸ਼ੁਭ ਮਾਰਗ ਤੇ ਤੋਰ ਦਿੰਦਾ, ਸੱਚ ਦੀ ਕਰਨੀ ਵਿੱਚ ਲਾ ਦਿੰਦਾ। ਇਕਨਾਂ ਨੂੰ ਵਾਹਿਗੁਰੂ ਉਜਾੜ ਕੇ ਰਸਤੇ ਪਾ ਦਿੰਦਾ। ਸੋ ਵਾਹਿਗੁਰੂ ਸੱਚਾ ਜੀ ਸਾਹਿਬ ਹੈ, ਮਾਲਕ ਹੈ, ਸੱਚਾ ਹੀ ਪਿਆਰਿਓ ਨਿਉ ਕਰਦਾ ਹੈ, ਆਪ ਹੀ ਸਭ ਇਤਰਾਂ ਨੂੰ ਕਰਕੇ ਦੇਖਦਾ ਹੈ, ਸੁਣਦਾ ਹੈ। ਗੁਰ ਪ੍ਰਸਾਦ ਕਹੈ ਜਨ ਨਾਨਕ, ਆਦ ਸੱਚੇ ਕੀ ਗੁਣ ਗਾਏ। ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਦੀ ਕਿਰਪਾ ਬਖਸ਼ਿਸ਼ ਤੇ ਦਾਸ ਹੋ ਕੇ ਜੀਵ ਤੇ ਵਾਹਿਗੁਰੂ ਸੱਚੇ ਦੇ ਗੁਣ ਗਾਉਂਦਾ ਰਹੇ, ਨਾਮ ਨੂੰ ਜਪਦਾ ਰਹੇ, ਨਿਤ ਦਾ ਨੇਮੀ ਬਣ ਜਾਵੇ। ਸ਼ਲੋਕ ਮਹਲਾ ਤੀਜਾ, ਦਰਵੇਸੀ ਕੋ ਜਾਣਸੀ ਬਿਰਲਾ ਕੋ ਦਰਵੇਸ, ਜੇ ਘਰ ਕਰ ਖੰਡੈ ਮੰਗਦਾ, ਤਿਗ ਜੀਵਨ ਤਿਗ ਵੇਸ। ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਨੇ, ਦਰਵੇਸੀ ਕੋ ਜਾਣਸੀ ਬਿਰਲਾ ਕੋ ਦਰਵੇਸ। ਪਾਤਸ਼ਾਹ ਫਰਮਾਉਂਦੇ ਨੇ, ਕੋਈ ਵਿਰਲਾ ਸੰਤ ਦਰਵੇਸ਼ੀ ਰਸਤੇ ਨੂੰ ਜਾਣੇਗਾ, ਜਾਣਦਾ ਕਹਿ ਗਹਿਣ ਵਿਰਲੇ, ਨਾਹੀ ਘਣੇ ਫੈਲ ਫੱਕੜ ਸੰਸਾਰ, ਘਣੇ ਦੀ ਉਹ ਵਿਰਲੇ ਜੋ ਜਾਣਦਾ, ਜੋ ਕੇਵਲ ਘਰਾਂ ਘਰਾਂ ਵਿੱਚ ਮੰਗਦੇ ਨੇ, ਦਰ ਦਰ ਦੇ ਮੰਗਦੇ ਨੇ, ਮੰਗਦੇ ਫਿਰਦੇ ਨੇ। ਸੋ ਐਸੀ ਦਰਵੇਸ਼ ਦੇ ਭੇਸ ਨੂੰ ਤਰਕਾਰ ਹੈ, ਜੋ ਦਰ ਦਰ ਦਾ ਮੰਗਤਾ ਬਣਦਾ। ਮੰਗ ਤੂੰ ਮਾਨ ਨਾ ਪਾਇਆ, ਮੰਗਣ ਵਾਲੇ ਨੇ ਕਦੇ ਮਾਣ ਨਹੀਂ ਪਾਇਆ। ਜੀਵਨ ਨੂੰ ਤਰਕਾਰ ਹੈ, ਉਹਦੇ ਭੇਸ ਨੂੰ ਵੀ ਤਰਕਾਰ ਹੈ ਜੋ ਮੰਗਦਾ। ਪਾਤਸ਼ਾਹ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਫਿਰ ਦਰਵੇਸ਼ ਫਕੀਰ ਸੱਚਾ ਕਿਹੜਾ ਹੈ? ਸਤਿਗੁਰੂ ਕਹਿਣ ਲੱਗੇ, ਜੇ ਆਸਾ ਅੰਦੇਸਾ ਤਜ ਰਹੈ, ਗੁਰਮੁਖ ਭਿਖਿਆ ਨਾਮ, ਤਿਸ ਕੇ ਚਰਨ ਪਖਾਲੀਐ, ਨਾਨਕ ਹੋਂ ਬਲਿਹਾਰੈ ਜਾਓ। ਜੋ ਆਸਾ ਤੇ ਸੰਸਾ ਤਿਆਗ ਕੇ ਪਰਮੇਸ਼ਰ ਦੇ ਆਸਰੇ ਹੋ ਰਹਿੰਦਾ, ਗੁਰੂ ਦੁਆਰੇ ਨਾਮ ਦੀ ਭਿਖਿਆ ਲੈਂਦਾ, ਤੇ ਸੰਤ ਦੇ ਮੈਂ ਬਲਿਹਾਰੇ ਜਾਂਦਾ। ਐਸੇ ਸੰਤ ਦੇ ਨਿਤ ਹੀ ਚਰਨ ਧੋਈਏ, ਜੋ ਪਾਤਸ਼ਾਹ ਫਰਮਾਉਂਦੇ ਨੇ, ਜੇ ਆਸਾ ਅੰਦੇਸਾ ਤਜ ਰਹੇ, ਗੁਰਮੁਖ ਭਿਖਿਆ ਨਾਉ। ਜੋ ਆਸਾ ਤੇ ਸੰਸੇ ਤਿਆਗ ਕੇ ਪਰਮੇਸ਼ਰ ਦੇ ਆਸਰੇ ਹੋ ਜਾ, ਕਿ ਮੇਰਾ ਮਾਲਕ ਆਪ ਹੀ ਪਾਲਣਾ ਕਰਦਾ ਹੈ, ਦਿੰਦਾ ਹੈ। ਜੋ ਬਾਬਾ ਜੀ ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ ਇੱਕ ਜਪਿਆ ਨਾਮ, ਜੰਗਲਾਂ ਵਿੱਚ ਮੰਗਣ ਲੱਗ ਗਏ, ਜਗਤ ਦੇ ਪਦਾਰਥ ਚੱਲ ਕੇ ਆ ਗਏ। ਕਿਉਂਕਿ ਨਾਮ ਦੀ ਮਹਿਮਾ ਵਡਿਆਈ ਐਸੀ, ਜੋ ਜਪਦਾ ਤੇ ਅਰਾਧਦਾ, ਜਗਤ ਦੇ ਪਦਾਰਥ ਆਪਣੇ ਆਪ ਆ ਜਾਂਦੇ ਨੇ, ਰਿੱਧੀਆਂ ਸਿੱਧੀਆਂ ਗੁਰੂ ਨਾਨਕ ਦੇ ਘਰ ਸੁਦੇ ਤੁਰੀਆਂ ਫਿਰਦੀਆਂ। ਧੰਨ ਧੰਨ ਬਾਬਾ ਈਸਰ ਸਿੰਘ ਮਹਾਰਾਜ ਜੀ ਸਰੋਵਰ ਤੇ ਟਹਿਲ ਰਹੇ ਸਨ। ਇੱਕ ਜਗਿਆਸੂ ਮੋਗੇ ਤੋਂ ਆਇਆ, ਸੰਸਾ ਸੀ ਮਨ ਵਿੱਚ ਕਿ ਅੱਜ ਮਹਾਂਪੁਰਸ਼ਾਂ ਅੱਗੇ ਬੇਨਤੀ ਰਜੋਈ ਕਰਨੀ। ਬਾਬਾ ਜੀ ਮਿਲ ਗਏ, ਪਰਿਕਰਮਾ ਕਰ ਰਹੇ ਸਨ। ਦਰਸ਼ਨ ਕੀਤੇ, ਮੱਥਾ ਟੇਕਿਆ, ਬੇਨਤੀ ਅਰਜ ਗੁਜ਼ਾਰੀ, ਮਹਾਂਪੁਰਖੋ ਰਿੱਧੀਆਂ ਸਿੱਧੀਆਂ ਸੁਣੀਆਂ ਨੇ ਕੀ ਹੁੰਦੀਆਂ ਨੇ। ਮੈਨੂੰ ਕਈ ਪੁਰਸ਼ਾਂ ਨੇ ਪੁੱਛਿਆ, ਆਪ ਕਿਰਪਾ ਕਰੋ ਦੱਸੋ। ਧੰਨ ਧੰਨ ਬਾਬਾ ਈਸਰ ਸਿੰਘ ਮਹਾਰਾਜ ਜੀ ਕਹਿਣ ਲੱਗੇ, ਇਹ ਤੂੰ ਕੀ ਲੈ ਕੇ ਆਇਆ? ਮਹਾਂਪੁਰਸ਼ੋ ਖੀਰ ਲੈ ਕੇ ਆਇਆ। ਬਾਬਾ ਜੀ ਕਹਿਣ ਲੱਗੇ, ਇਹ ਖੀਰ ਲੈ ਕੇ ਆਇਆ, ਇਹੀ ਰਿੱਧੀਆਂ ਸਿੱਧੀਆਂ ਨੇ, ਤੂੰ ਆਪਣੇ ਆਪ ਲੈ ਕੇ ਆਇਆ। ਜੋ ਪਦਾਰਥ ਆਪਣੇ ਆਪ ਚੱਲ ਕੇ ਆਉਂਦੇ ਨੇ, ਗੁਰੂ ਨਾਨਕ ਦੇ ਘਰ ਰਿੱਧੀਆਂ ਸਿੱਧੀਆਂ ਨੇ। ਤੈਨੂੰ ਕਿਸੇ ਨੇ ਆਖਿਆ ਨਹੀਂ ਕਿ ਲੈ ਕੇ ਆਇਆ,
ਤੂੰ ਆਪਣੇ ਆਪ 36 ਪ੍ਰਕਾਰ ਦੇ ਭੋਜਨ ਗੁਰੂ ਨਾਨਕ ਦੇ ਘਰ ਆਉਂਦੇ ਨੇ ਆਪਣੇ ਆਪ। ਸਤ ਸੰਗੀ ਜਗਿਆਸੂ ਲੈ ਕੇ ਆਉਂਦੇ ਨੇ ਗੁਰੂ ਨਾਨਕ ਦੇ ਘਰ। ਇਸ ਦੀਆਂ ਸਿੱਧੀਆਂ ਆਪਣੇ ਆਪ ਸੋਨੇ ਬਣਦੇ ਨੇ ਕਿ ਇਹ ਸੇਵਾ ਟਹਿਲ ਕਰਨੀ। ਪਾਤਸ਼ਾਹ ਫਰਮਾਉਂਦੇ ਨੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ, ਉਹ ਸੱਚਾ ਫਕੀਰ ਹੈ, ਦਰਵੇਸ਼ ਹੈ, ਜੋ ਕਿਸੇ ਅੱਗੇ ਹੱਥ ਨਹੀਂ ਟੜਦਾ, ਮੰਗਦਾ ਜੇ ਘਰ ਘਰ ਖੰਡੈ ਮੰਗਦਾ, ਧਿਗ ਜੀਵਨ ਧਿਗ ਵੇਖ। ਧਰਕਾਰ ਹੈ ਉਸਦੇ ਭੇਸ ਨੂੰ, ਧਰਕਾਰ ਹੈ ਉਸਦੇ ਜੀਵਨ ਨੂੰ ਜੋ ਮੰਗਦਾ। ਜੇ ਆਸਾਂ ਦੇਸਾਂ ਤਜ ਰਖੈ, ਗੁਰਮੁਖ ਭਿਖਿਆ ਨਾਉ। ਸਤਿਗੁਰੂ ਕੀ ਕਹਿੰਦੇ ਨੇ, ਜੋ ਆਸਾਂ ਸੰਸੇ ਤਿਆਗ ਕੇ ਕੀ ਕਰੇ, ਇੱਕ ਮੇਰੇ ਵਾਂਝੇ ਗੁਰੂ ਦੇ ਆਸਰੇ ਹੋ ਜਾਵੇ, ਉਹ ਪਾਲਣਾ ਕਰੇ ਰੱਖੇ, ਉਹਦੇ ਨਾਮ ਨੂੰ ਜਪੇ, ਗੁਰੂ ਦੁਆਰੇ ਨਾਮ ਦੀ ਭਿਖਿਆ ਲੈਂਦਾ ਹੈ, ਜਪਦਾ। ਤੇ ਸੰਤ ਦੇ ਪਾਤਸ਼ਾਹ ਕਹਿੰਦੇ ਨੇ, ਤਿਸ ਕੇ ਚਰਨ ਪਖਾਲੀ ਹੈ ਨਾਨਕ ਹੋਂ ਬਲਿਹਾਰੈ ਜਾਓ। ਉਹ ਸੰਤ ਦੇ ਨਿਤ ਚਰਨ ਧੋਈਏ। ਐਸੇ ਸੰਤ ਪ੍ਰਤੀ ਹੀ ਗੁਰਦੇਵ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਸੁਖਮਨੀ ਸੁੱਖਾਂ ਦੀ ਮਣੀ ਪਾਵਨ ਬਾਣੀ ਵਿੱਚ ਉਪਦੇਸ਼ ਦਿੱਤੇ ਨੇ। ਚਰਨ ਸਾਧ ਕੇ ਧੋਏ ਧੋਏ ਪੀਓ, ਅਰ ਪ੍ਰਸਾਦ ਕੋ ਆਪਣਾ ਜੀਓ। ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉਪਰ ਜਾਈਐ ਕੁਰਬਾਨ। ਸਾਧ ਸੇਵਾ ਵੱਡ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ। ਕਿਉਂਕਿ ਵੱਡਾ ਫਲ ਹੈ ਸਾਧੂ ਦੀ ਸੰਗਤ ਵਿੱਚ ਕੀਰਤਨ ਕਰਨਾ, ਪਰਮੇਸ਼ਰ ਦੇ ਗੁਣ ਗਾਉਣੇ, ਮਨ ਸੁਤੇ ਜੁੜ ਜਾਂਦਾ। ਇੱਕ ਘਰ ਗੁਰੂ ਨਾਨਕ ਦਾ ਐਸਾ ਅੱਬਾ ਜੀ ਨੇ ਬਖਸ਼ਿਸ਼ਾਂ ਕਰਨੀਆਂ ਤੇ ਸੰਤਾਂ ਦੀ ਸਭਾ ਲੱਗਦੀ ਹੈ, ਸੰਤਾਂ ਦੀ ਮੰਡਲੀ। ਸੰਤ ਮੰਡਲ ਮੈਂ ਖਾਰ ਮਨ ਵਸੈ, ਸੰਤ ਮੰਡਲ ਮੈਂ ਦੌਲਤ ਸਭ ਨਸੈ। ਖੋਟੀ ਮਤ ਛੱਡ ਕੇ ਚਲੀ ਜਾਂਦੀ, ਕਿਉਂਕਿ ਸੰਤਾਂ ਦੀ ਸੰਤ ਸਭਾ ਮਨ ਮਾਂਜੀਐ ਭਾਈ, ਹਰਿ ਕੇ ਨਾਏ ਨਵਾਸ। ਸੁਤੇ ਮਨ ਨਵਾਸ ਸੱਚੇ ਦੇ ਨਾਮ ਵਿੱਚ ਹੋ। ਕਿਉਂਕਿ ਘਰ ਗੁਰੂ ਨਾਨਕ ਦਾ ਐਸਾ ਪਾਤਸ਼ਾਹ ਫਰਮਾਉਂਦੇ ਨੇ, ਉਹ ਸੱਚਾ ਸੰਤ ਫਕੀਰ ਹੈ ਨੇ। ਸੰਸੇ ਤਿਆਗ ਦਿੱਤੇ, ਆਸਾ ਤਿਆਗ ਦਿੱਤੀ, ਕਿ ਆਸ ਦਾ ਟੇਕ ਗੁਰੂ ਨਾਨਕ ਦੀ ਰੱਖਦਾ, ਜਪਦਾ ਭਿਖਿਆ ਨਾਮ ਦੀ ਗੁਰੂ ਤੋਂ ਲਈ। ਸੰਤ ਦੇ ਚਰਨ ਨਿਤ ਧੋਈਏ। ਮਹਲਾ ਤੀਜਾ। ਨਾਨਕ ਤਰਵਰ ਏਕ ਫਲ, ਦੋਏ ਪੰਖੀਰੂ ਆਗੇ। ਆਵਤ ਜਾਤ ਨਾ ਦੀ ਸਹੀ, ਨਾ ਪਰ ਪੰਖੀ ਤਾਗੇ। ਦੇਹ ਰੂਪੀ ਇੱਕ ਬਿਰਖ ਹੈ, ਦੁੱਖ ਸੁੱਖ ਇਹ ਦੋ ਫਲ ਹੈ। ਜੋ ਦੇਹ ਹੈ ਜਿਵੇਂ ਬਿਰਛ ਹੈ, ਇਸ ਤਰ੍ਹਾਂ ਆਪਣਾ ਹੀ ਤਨ ਹੈ। ਦੁੱਖ ਤੇ ਸੁੱਖ ਇਹ ਦੋ ਫਲ ਲੱਗੇ ਹੋਏ, ਕਿਉਂਕਿ ਮਨੁੱਖ ਜਗਤ ਵਿੱਚ ਆਇਆ, ਦੁੱਖ ਹੈ ਸੁੱਖ ਹੈ, ਸੁੱਖ ਹੈ ਦੁੱਖ ਹੈ। ਧੰਨ ਧੰਨ ਬਾਬਾ ਈਸਰ ਸਿੰਘ ਮਹਾਰਾਜ ਜੀ ਨੇ ਪਾਵਨ ਵਚਨ ਕਰਨੇ ਕਿ ਭਾਈ ਜੇ ਦੁੱਖ ਹੈ ਤਾਂ ਸੁੱਖ ਦੀ ਕਦਰ ਪੈਂਦੀ ਹੈ, ਜੇ ਸੁੱਖ ਹੈ ਤਾਂ ਦੁੱਖ ਦੀ ਕਦਰ ਪੈਂਦੀ ਹੈ। ਇਹ ਪਰਮੇਸ਼ਰ ਦੇ ਬਣਾਏ ਨੇ। ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਜਿੱਥੈ ਬੋਲਣ ਹਾਰੀਐ ਤਿੱਥੈ ਚੰਗੀ ਚੁੱਕ। ਤੇਰੇ ਕਰਮਾਂ ਦੀ ਦੁੱਖ ਸੁੱਖ ਤੂੰ ਰਜਾ ਵਿੱਚ ਰਹਿ। ਜੋ ਪਾਤਸ਼ਾਹ ਫਰਮਾਉਂਦੇ ਨੇ, ਦੁੱਖ ਤੇ ਸੁੱਖ ਦੋ ਫਲ ਨੇ, ਕਰਮ ਫੁੱਲ ਹੈ। ਕਿਉਂਕਿ ਜੈਸਾ ਤੂੰ ਕਰਮ ਦਾ ਬੀਜ ਬੀਜੇਗਾ, ਵੈਸਾ ਫਲ ਮਿਲਣਾ ਹੈ। ਕਰਮ ਫੁੱਲ, ਇਹ ਫੁੱਲ ਲੱਗੇਗਾ ਕਰਮ ਦਾ, ਵੈਸਾ ਹੀ ਦੁੱਖ ਤੇ ਸੁੱਖ ਤੋਂ ਪ੍ਰਗਟ ਹੋ ਜਾਣਾ। ਕਿਉਂਕਿ ਪਰਿਪੂਰਨ ਪਰਮਾਤਮਾ ਦਾ ਇਹ ਨਿਯਮ, ਇਹ ਮਰਿਆਦਾ ਹੈ। ਉਹ ਕਰਮ ਫਲ ਪ੍ਰਦਾਤਾ, ਕਿਸੇ ਦਾ ਮਾੜਾ ਚਿਤਵਦਾ ਨਹੀਂ ਨਾ ਕਰਦਾ। ਮਨੁੱਖ ਦੇ ਸਵੈਮ ਕੀਤੇ ਕਰਮਾਂ ਦਾ ਫਲ ਉਸ ਨੂੰ ਅਵਸ਼ ਭੋਗਣਾ ਪੈਂਦਾ ਹੈ। ਕਿਉਂਕਿ ਵਿਧਾਨ ਮਰਿਆਦਾ ਰਚੀ ਹੈ ਪਰਮੇਸ਼ਰ ਨੇ। ਭੋਗੈ ਬਿਨ ਭਾਗੈ ਨਹੀਂ, ਕਰਮ ਗਤੀ ਬਲਵਾਨ। ਬੜੇ ਬਲ ਵਾਲੇ ਜੋ ਅਵਸ਼ ਭੋਗਣੀ ਹੀ ਪੈਂਦੀ ਹੈ ਅਵਤਾਰਾਂ।
क्योंकि कर्म की गति ऐसी है, बलवान है, बल वाली है, क्योंकि निजम मर्यादा है परमेश्वर की। पातशाह फरमाਉਂਦੇ जिस विच कूड़ सत चिदा भास दो पंखी, यह देह दी दीपक न्याई से दो 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 बाद पातशाह फरमाਉਂਦੇ ने नानक तरवर एक फल, दोए पंखू पंखेरू आवत जात ना दिसी ना पर पंखी दा। जिस पंखी दे वासना रूप पर ही नहीं, जिस विच आउणा जाना नहीं देखीदा। अजन्मा है, जन्म विच नहीं आउंदा, किथे गया किथों आया सी। आवत जात ना दिसी ना पर पंखी दा। बहुरंगी रस भोगया शब्द रहे निर्वाण। हर रस फल राते नानक कर्म सचा निशान। चिदाभास जो पंखी है उसने बहुत प्रकार के शब्द रस आदि विखियां दे रसां दे आनंद नूं भोगिया। ब्रह्म जो साखी कूट सत सो निर्वाण रहिंदा सुख दुख से विख रसां नूं अलग रह के स्वरूप रस विच मगन। तू तिस हरि दे स्वरूप आनंद रूपी फल विच रते ने जिन्हां दे पूर्व जन्म विच निष्काम कर्म करने दा प्रगट सच्चा लेख विधाता ने लिखिया। पौड़ी आपे धरती आपे गैरा, आप जमाए बिसावै। आप पकावै आप भांडे दे परोसै, आपे ही वह खावै। सतगुरु पातशाह फरमाਉਂਦੇ ने आपे धरती आपे है राह, आप जमाए की सावै। आप वाहिगुरु धरती रूप है आप ही जीवीदार है। आप ही उत्पन्न करके पिसांदा, आप ही पकाउंदा है, आप ही बर्तन दे के परोसदा, आप ही बैठ के खांदा है। ऐसा मालिक आपे जल आपे दे सिंगा, आपे चुली परावै। आपे संगत सद बहाल, आपे विदा करावै। आप ही जल दिंदा है मेरा वाहिगुरु, आप ही शिंगा दिंदा जो दंदां विच फसे हुए अन्न दे निकालने वाली सूई नूं शिंगा कहंदे ने। आप ही चुली भराउंदा है, आप ही संगतां नूं बुला के पूजा दे वास्ते बिठाउंदा, आप ही पूजा के विदा कराउंदा। जो पातशाह फरमाਉਂਦੇ ने यह सदरूप का जो सिद्धांत है, कर्म से ना कहने का दूषण नहीं है। पातशाह फरमाਉਂਦੇ ने जिसनो कृपाल होवै हर आपे, तिसनो हुक्म मनावै। सतगुरु फरमाਉਂਦੇ ने जिस ते आप ही मेरा वाहिगुरु कृपालू जिस ते हुंदा है, तिस ते अपना हुक्म आप मनाउंदा है, ये बख्शिशां करदा है। सलोक महला तीजा करम धर्म सब बंधना, पाप पुन सनवंद। ममता मोह सो बंधना, पुत्र कलतर सो धन। जह देखा तह जेवरी, माया का सनवंद। नानक सच्चे नाम बिन वरतन वरतै अंध। जितने सकाम कर्म धर्म ने पातशाह फरमाਉਂਦੇ सब बंधन रूप ने, सब बंधन ने। क्योंकि तीन कर्मां सब जीवां दा पाप पुन दे साथ संबंध हुंदा है, पाप ते पुन दे। इस्त्री पुत्र विच मोह ममता के जो जीव बंधना विच पिया होया सुख मान के धंधा करदा। इस माया का संबंध जहां देखिया ताहां जीवड़ी रूप बंधन है, माया का संबंध। सच्चे नाम तो बिना ज्ञानी जियो, वरतन वाले से परमेश्वर से बेमुख करने वाले भी विकारां विच वरतदा है। बेनती कीती पातशाह अगे
ਅੰਧੇ ਦੇ ਮਨ ਵਿੱਚ ਵਿਵੇਕ ਰੂਪ ਚਾਨਣ ਫਿਰ ਕਿਵੇਂ ਹੋਵੇ ਸਤਿਗੁਰੂ ਇਹ ਕਿਰਪਾ ਕਰੋ। ਪਾਤਸ਼ਾਹ ਫਰਮਾਉਂਦੇ ਨੇ ਮਹੱਲਾ ਚੌਥਾ ਅੰਧੇ ਚਾਨਣ ਤਾਂ ਕੀਐ ਜਾ ਸਤਿਗੁਰ ਮਿਲੈ ਰਜਾਇ ਬੰਧਨ ਤੋੜੈ ਸੱਚ ਵਸੈ ਅਗਿਆਨ ਅੰਧੇਰਾ ਜਾਏ। ਜਬ ਜੀਵ ਸਤਿਗੁਰੂ ਦੀ ਆਗਿਆ ਵਿੱਚ ਮਿਲਦਾ ਤਬ ਅੰਧੇ ਨੂੰ ਚਾਨਣ ਹੋ ਜਾਂਦਾ ਹੈ। ਮਾਇਆ ਦੇ ਬੰਧਨ ਤੋੜ ਦਿੰਦਾ ਹੈ, ਸੱਚ ਵਿੱਚ ਵਾਸਾ ਪਾ ਲੈਂਦਾ ਤਾਂ ਅਗਿਆਨ ਰੂਪ ਅੰਧੇਰਾ ਪਿਆਰੀ ਉਸ ਤੇ ਚਲਾ ਜਾਂਦਾ ਹੈ। ਸਭ ਕਿਛ ਦੇਖੈ ਤਿਸੈ ਕਾ ਜਿਨ ਕੀਆ ਤਨ ਸਾਜ ਨਾਨਕ ਸਰਣ ਕਰਤਾਰ ਕੀ ਕਰਤਾ ਰਾਖੈ ਲਾਜ। ਜਿਸਨੇ ਪੰਜ ਤੱਤਾਂ ਨੂੰ ਸਾਜ ਕੇ, ਪੰਜ ਤੱਤ ਕਿਹੜੇ ਨੇ? ਪੌਣ, ਪਾਣੀ, ਅਗਨੀ, ਆਕਾਸ਼, ਧਰਤੀ, ਇਹ ਪੰਜ ਤੱਤ ਨੇ। ਪੰਜਾਂ ਤੱਤਾਂ ਨੂੰ ਬਣਾ ਕੇ ਪਰਮੇਸ਼ਰ ਨੇ ਸੁੰਦਰ ਤਨ ਦੀ ਰਚਨਾ ਕਰ ਦਿੱਤੀ। ਸਭ ਕੁਝ ਤੇ ਸਵਾਂਕੇ ਗੁਰੂ ਦਾ ਦੇ ਕਰਤਾਰ ਦੀ ਸ਼ਰਨ ਵਿੱਚ ਰਹੀਏ, ਕਿਉਂਕਿ ਪਿਆਰਿਓ ਆਪਾਂ ਕੁਝ ਵੀ ਕਰਨ ਨੂੰ ਸਮਰੱਥ ਨਹੀਂ। ਕਹੋ ਮਨੁੱਖ ਤੇ ਕਿਆ ਹੋਇਆ ਜੋ ਤੇ ਸੁਭਾਵ ਹੈ ਸੂਈ ਕਰਾਵੈ, ਕਿਉਂਕਿ ਕਰਾਉਂਦਾ ਪਰਮੇਸ਼ਰ ਹੀ ਹੈ। ਮਨੁੱਖ ਦੇ ਹੱਥ ਵਸ ਕੁਝ ਵੀ ਨਹੀਂ, ਕਿਉਂਕਿ ਜੀਵ ਸੁਤੰਤਰ ਨਹੀਂ ਹੈ, ਪਤੰਤਰ ਹੈ, ਅਧੀਨ ਹੈ, ਗੁਲਾਮ ਹੈ। ਕਿਸ ਦਾ? ਪਰਮੇਸ਼ਰ ਦਾ। ਜੋ ਪਰਿਪੂਰਨ ਪਰਮਾਤਮਾ, ਉਸਦੇ ਹੁਕਮ ਦੇ ਵਿੱਚ ਹੀ ਆਪਾਂ ਚੇਸ਼ਟਾ ਕਰਦੇ ਹਾਂ, ਵਿਚਰਦੇ ਹਾਂ। ਜੋ ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ ਸਭ ਕਿਛ ਦੇਖੈ ਤਿਸੇ ਕਾ ਜਿਨ ਕੀਆ ਤਨ ਸਾਜ। ਜਿਸ ਮਾਲਕ ਪਰਮੇਸ਼ਰ ਨੇ ਪੰਜਾਂ ਤੱਤਾਂ ਦੇ ਜਰੀਏ ਸੁੰਦਰ ਤਨ ਬਣਾਇਆ, ਉਸ ਮਾਲਕ ਦਾ ਸਭ ਕੁਝ ਜਾਣ ਕੇ ਉਸ ਦੀ ਸ਼ਰਨ ਵਿੱਚ ਰਹਿ ਕੇ ਉਸ ਦਾ ਹੀ ਸਭ ਕੁਝ ਹੈ, ਤੇਰਾ ਕੁਝ ਨਹੀਂ ਹੈ। ਨਾਨਕ ਸਰਣ ਕਰਤਾਰ ਕੀ ਕਰਤਾ ਰਾਖੈ ਨਾ। ਜੇ ਤੂੰ ਸ਼ਰਨ ਲੈ ਲਵੇਂਗਾ ਗੁਰੂ ਨਾਨਕ ਦੀ, ਫਿਰ ਮੇਰਾ ਵਾਹਿਗੁਰੂ ਕਰਤਾਰ ਤੇਰੀ ਲੱਜਾ ਪੱਤ ਰੱਖੇਗਾ। ਪੌੜੀ ਜਦੋਂ ਆਪੇ ਥਾਟ ਕੀਆ ਬਹਿ ਕਰਤੈ ਤਦੋਂ ਪੁੱਛਣਾ ਸੇਵਕ ਥੀਆ। ਜਦੋਂ ਆਪੇ ਥਾਟ ਕੀਆ ਬਹਿ ਕਰਤੈ ਤਦੋਂ ਪੁੱਛਣਾ ਸੇਵਕ ਵੀ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ ਪਿਆਰਿਓ, ਜਿਸ ਸਮੇਂ ਕਰਤਾ ਪੁਰਖ ਨੇ ਬੈਠ ਕੇ ਇਹ ਸੰਸਾਰ ਦੀ ਰਚਨਾ ਨੂੰ ਰਚਣੇ ਦਾ ਪ੍ਰੰਭ ਕੀਤਾ ਸੀ ਕਿ ਸੁੰਦਰ ਜਗਤ ਦੀ ਰਚਨਾ ਕਰਨੀ ਹੈ, ਬਣਾਵਟ ਬਣਾਉਣੀ ਹੈ, ਘਾੜਤ ਘੜਨੀ ਹੈ। ਤਬ ਸਹਿਤਾ ਦੇ ਵਾਸਤੇ ਦੂਸਰਾ ਸੇਵਕ ਨਹੀਂ ਪੁੱਛਿਆ, ਉਹ ਪੁੱਛਦਾ ਵੀ ਨਹੀਂ। ਬੀਓ ਪੂਛਨਾ ਮਸਲਤ ਧਰੈ, ਜੋ ਕੁਛ ਕਰੈ ਸੋ ਆਪੇ ਕਰੈ, ਆਪ ਕਰਦਾ। ਕਿਸੇ ਤੋਂ ਸਲਾਹ ਨਹੀਂ ਲੈਂਦਾ, ਕਿਸੇ ਤੋਂ ਪੁੱਛਦਾ ਨਹੀਂ। ਅਵਲ ਅੱਲ੍ਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇੱਕ ਨੂਰ ਤੋਂ ਜਗਤ ਦੀ ਰਚਨਾ, ਇੱਕ ਨੇ ਹੀ ਸਭਨਾਂ ਨੂੰ ਸਾਜਿਆ, ਇੱਕ ਹੀ ਸਭਨਾਂ ਦਾ ਮਾਤਾ ਪਿਤਾ। ਹਰਿ ਜੀ ਮਾਤਾ ਹਰਿ ਜੀ ਪਿਤਾ, ਹਰਿ ਜੀਓ ਪ੍ਰਤਪਾਲਕ। ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਪਾਲਕ। ਹਰੀ ਦੇ ਹੀ ਆਪਾਂ ਬਾਲਕ। ਪਾਤਸ਼ਾਹ ਫਰਮਾਉਂਦੇ ਨੇ ਤਦੋਂ ਕਿਆ ਕੋ ਲੇਵੈ ਕਿਆ ਕੋ ਦੇਵੈ, ਜਾ ਅਵਰ ਨ ਦੂਜਾ ਕੀਆ। ਫਿਰ ਆਪੇ ਜਗਤ ਉਪਾਇਆ ਕਰਤੈ ਦਾਨ ਸਭਨਾ ਕੋ ਦਿਆ। जब दूसरा कोई कीता ही नहीं सी, तब क्या कोई लैंदा, क्या कोई किसी नूं दिंदा सी। फिर करते पुरख ने आप ही संसार नूं साजिया रचिया। सब जीवां नूं यथा जोग दान दिंदा पिया है मेरा वाहिगुरू दाता। आपे सेव बनाई गुरमुख आपे अमृत पिया। आप निरंकार आकार है आपे आपे करे सो थीया। पातशाह फरमाਉਂਦੇ ਨੇ ਆਪ ਹੀ ਭਗਤੀ ਰੂਪ ਸੇਵਾ ਬਣਾਈ ਮੇਰੀ ਵਾਹਿਗੁਰੂ। ਆਪ ਹੀ ਸਿੱਖ ਹੋ ਕੇ ਗੁਰੂ ਦੁਆਰਾ
ਆਨੰਦ ਰੂਪੀ ਨਾਮ ਰੂਪੀ ਅੰਮ੍ਰਿਤ ਨੂੰ ਛਕੇ। ਆਪ ਹੀ ਅਕਾਲ ਤੇ ਸਹਿਤ ਅਕਾਲ ਰੂਪੀ ਆਪ, ਜੋ ਆਪ ਕਰਤਾ ਹੈ ਸੋ ਹੋਇਆ। ਆਪ ਨਿਰੰਕਾਰ ਆਕਾਰ ਹੈ, ਆਪੇ ਆਪੇ ਕਰੈ ਸੋ ਥੋਇਆ। ਸਲੋਕ ਮਹਲਾ ਤੀਜਾ, ਗੁਰਮੁਖ ਪ੍ਰਭ ਸੇਵਹਿ ਸਦ ਸਾਚਾ। ਅਨ ਦਿਨ ਸਹਿਜ ਪਿਆਰ, ਸਦਾ ਆਨੰਦ ਗਾਵੈ ਗੁਣ ਸਾਚੇ। ਆਰਧ ਉਰਧ ਉਰਧਾਰ। ਪਾਤਸ਼ਾਹ ਸਤਿਗੁਰੂ ਫਰਮਾਉਂਦੇ ਨੇ, ਗੁਰਮੁਖ ਪ੍ਰਭ ਸੇਵਹਿ ਸਦ ਸਾਚਾ। ਅੰਦਨ ਸਹਿਜ ਪਿਆਰ, ਸਦਾ ਆਨੰਦ ਗਾਵਹਿ ਗੁਣ ਸਾਚੇ। ਆਰਧ ਉਰਧ ਉਰਧਾ। ਗੁਰਮੁਖ ਜਨ ਸਦੀਵ ਕਾਲ ਸੱਚਾ, ਜੋ ਮੇਰਾ ਵਾਹਿਗੁਰੂ ਪਰਮਾਤਮਾ ਹੈ। ਤੇ ਇਸ ਨੂੰ ਜਪਦੇ ਨਹੀਂ, ਸੇਵਦੇ ਨੇ। ਰਾਤ ਦਿਨ ਉਹਨਾਂ ਦਾ ਸੁਭਾਵਿਕ ਹੀ ਮੇਰੇ ਵਾਹਿਗੁਰੂ ਪਰਮੇਸ਼ਰ ਵਿੱਚ ਪਿਆਰ ਰਹਿੰਦਾ। ਜੋ ਰਾਤੀ ਰੰਗ ਏਕ ਕੈ ਨਾਨਕ ਗੂੜਾ ਰੰਗ। ਇੱਕ ਦੇ ਰੰਗ ਵਿੱਚ ਰਤੇ ਹੋਏ ਨੇ ਪ੍ਰੀਤਵਾਨ ਨੇ। ਰੰਗ ਲੱਗਿਆ ਹੈ ਸੱਚੇ ਨਾਮ ਨੇ। ਸਦੀਵ ਕਾਲ ਸੱਚੇ ਦੇ ਗੁਣ ਗਾਉਣ ਵਿੱਚ ਹੀ ਆਨੰਦ ਕਰਦੇ ਹਨ। ਆਨੰਦ ਪੂਰਬ ਸੱਚੇ ਦੇ ਗੁਣ ਗਾਉਂਦੇ ਨੇ। ਅਰਧ ਪਤਾਲ ਉਰਧ ਆਕਾਸ਼ ਵਿੱਚ ਪੂਰਨ ਜਾਣਦੇ ਨੇ ਮੇਰੇ ਵਾਹਿਗੁਰੂ। ਆਂਤਰ ਪ੍ਰੀਤਮ ਵਸਿਆ ਤੁਰ ਕਰਮ ਲਿਖਿਆ ਕਰਤਾਰ। ਨਾਨਕ ਆਪ ਮਲਾਇਨ ਆਪੇ ਕਿਰਪਾ ਧਾਰ। ਤਿੰਨਾਂ ਦੇ ਅੰਤਿਸ਼ਕਰਣ ਦੇ ਵਿੱਚ ਪ੍ਰੀਤਮ ਵਸਿਆ ਹੈ, ਕਿਉਂਕਿ ਆਪ ਤੋਂ ਹੀ ਕਰਤਾਰ ਨੇ ਤਿੰਨਾਂ ਦੇ ਮਸਤਕ ਵਿੱਚ ਉੱਤਮ ਲੇਖ ਲਿਖਿਆ। ਪਰਿਪੂਰਨ ਪ੍ਰਮਾਤਮਾ ਨੇ ਗੁਰਮੁਖਾਂ ਨੂੰ ਆਪ ਹੀ ਕਿਰਪਾ ਧਾਰਨ ਕਰਕੇ ਆਪਣੇ ਵਿੱਚ ਮਿਲਾ ਲਿਆ, ਭੇਦ ਕਰ ਲਿਆ। ਮਹਲਾ ਤੀਜਾ, ਕਹਿਆ ਕਥਿਆ ਨਾ ਪਾਈਐ। ਅਨ ਦਿਨ ਰਹੈ ਸਦਾ ਗੁਣ ਗਾਏ। ਬਿਨ ਕਰਮੈ ਕਿਨੇ ਨਾ ਪਾਇਓ। ਭੋਂਕ ਮੋਏ ਵਿਲ ਲਾਏ। ਕੱਥ ਕੇ ਕਹਿਣੇ ਸੇ ਪਰਮੇਸ਼ਰ ਨੂੰ ਨਹੀਂ ਪਾਈਦਾ। ਜੋ ਰਾਤ ਦਿਨ ਹਮੇਸ਼ਾ ਤੇ ਉੱਤੇ ਗੁਣ ਗਾਉਂਦਾ ਰਹੇ ਸੋ ਪਾਉਂਦਾ। ਬਹੁਤ ਸੇ ਭੌਂਕ ਕੇ ਮਰ ਗਏ, ਪਰਲੋਕ ਚ ਬਦਲਾਵ ਕਰਦੇ ਨੇ, ਰੋਂਦੇ ਕਰਲਾਉਂਦੇ ਨੇ। ਬਿਨਾਂ ਉੱਤਮ ਕਰਮਾਂ ਸੇ ਕਿਸੇ ਨੇ ਪਾਇਆ ਹੀ ਨਹੀਂ। ਬਿਨ ਕਰਮਾਂ ਕਿਛ ਪਾਈਐ ਨਾਹੀ, ਜੇ ਬਹੁ ਤੇਰਾ। ਪਾਤਸ਼ਾਹ ਫਰਮਾਉਂਦੇ ਨੇ, ਗੁਰ ਕੈ ਸ਼ਬਦ ਮਨ ਤਨ ਭਿਜੈ। ਆਪ ਵਸੈ ਮਨ ਆਏ, ਨਾਨਕ ਨਦਰੀ ਪਾਈਐ ਆਪੇ ਲਏ। ਜਿਨ੍ਹਾਂ ਦਾ ਤਨ ਤੇ ਮਨ ਗੁਰੂ ਉਪਦੇਸ਼ ਵਿੱਚ ਭਿਜਿਆ, ਗੁਰੂ ਉਪਦੇਸ਼ੀ ਗੁਰਮਤੀਏ ਨੇ। ਇਸ ਦੇ ਮਨ ਵਿੱਚ ਆਪ ਸਾਹਿਬ ਮੇਰਾ ਵਾਹਿਗੁਰੂ ਵਸਦਾ ਹੈ। ਮਹਾਰਾਜ ਦੀ ਕਿਰਪਾ ਤੇ ਗੁਰੂ ਪ੍ਰਾਪਤ ਹੋ ਜਾਂਦਾ। ਨਾਨਕ ਨਦਰੀ ਪਾਈ ਆਪੇ ਲਏ। ਆਪ ਹੀ ਆਪਣੇ ਵਿੱਚ ਮਿਲਾ ਲੈਂਦਾ। ਪੌੜੀ ਆਪੇ ਵੇਦ ਪੁਰਾਣ ਸਭ ਸਾਸਤ। ਆਪੇ ਕਥੈ ਆਪ ਭੀਜੈ। ਆਪੇ ਹੀ ਬਹਿ ਪੂਜੇ ਕਰਤਾ। ਆਪ ਪਰਪੰਚ ਕਰੀਜੈ। ਹਰੀ ਪਰਿਪੂਰਨ ਪ੍ਰਮਾਤਮਾ ਆਪ ਹੀ ਵੇਦ ਪੁਰਾਣ ਸਭ ਸਸਤਰ ਰੂਪ ਆਪ ਹੈ ਮੇਰਾ ਵਾਹਿਗੁਰੂ। ਆਪ ਹੀ ਕਥਨ ਕਰਦਾ, ਆਪ ਹੀ ਸਰੋਤਾ ਹੋ ਕੇ ਪ੍ਰੇਮ ਨਾਲ ਭਿੱਜ ਜਾਂਦਾ ਹੈ, ਸੁਣਦਾ ਹੈ। ਕਰਤਾ ਆਪ ਹੀ ਬੈਠ ਕੇ ਪੁਜਾਰੀ ਹੋ ਕੇ ਮੂਰਤੀਆਂ ਪੂਜਦਾ ਹੈ। ਆਪ ਹੀ ਪ੍ਰਪੰਚ ਕਰਦਾ ਹੈ, ਕੋਈ ਦੂਜਾ। ਕਿਉਂਕਿ ਉਹ ਮਾਲਕ ਬੜਾ ਚੋਜੀ ਪ੍ਰੀਤਮ ਹੈ ਪਿਆਰਿਆ। ਉਸ ਦੀ ਚੋਜਾਂ ਨੂੰ ਕੌਣ ਜਾਣੇ। ਕੋਈ ਇਹਨਾਂ ਦੇ ਕਰਕੇ ਉਸ ਨੂੰ ਕਹਿ ਨਹੀਂ ਸਕਦਾ।
ਉਹਦੇ ਪਾਰਾਵਾਰ ਨੂੰ ਕੋਈ ਜਾਣ ਨਹੀਂ ਸਕਦਾ। ਐਸਾ ਬੇਅੰਤ ਹੀ ਗੁਣ ਨੇ ਜਿਸ ਦਾ ਕੋਈ ਪਾਰਾਵਾਰ ਕੀ। ਪਾਤਸ਼ਾਹ ਫਰਮਾਉਂਦੇ ਨੇ, ਆਪ ਪਰਵਿਰਤ ਆਪ ਨਿਰਵਿਰਤ, ਆਪੇ ਅਕਾਤ ਕਥੀਜੈ, ਆਪੇ ਪੁੰਨ ਸਭ ਆਪ ਕਰਾਏ, ਆਪ ਅਲਿਪਤ ਵਰਤੀਜੈ। ਆਪ ਹੀ ਪਰਵਿਰਤ ਮਾਰਗੀ ਬਣ ਰਿਹਾ ਹੈ ਮੇਰਾ ਵਾਹਿਗੁਰੂ, ਆਪ ਹੀ ਨਿਰਵਿਰਤ ਮਾਰਗੀ ਬਣਿਆ। ਅਕਥ ਆਪ ਹੀ ਗੁਰੂ ਰੂਪ ਹੋ ਕੇ ਕਥਾ ਕਰਦਾ ਹੈ, ਆਪ ਮਤ ਸਮਤ ਦਿੰਦਾ ਹੈ। ਆਪ ਹੀ ਪੁੰਨ ਰੂਪ, ਆਪ ਹੀ ਬੈਠ ਕੇ ਪੁੰਨ ਕਰਾਉਂਦਾ, ਆਪ ਹੀ ਸਭਨਾ ਤੋਂ ਨਿਰਲੇਪ ਵੀ ਵਰਤਦਾ, ਚੋਜੀ ਪ੍ਰੀਤਮ ਹੈ। ਆਪੇ ਸੁਖ ਦੁਖ ਦੇਵੈ ਕਰਤਾ, ਆਪੇ ਬਖਸ਼ ਕਰੀਜੈ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ, ਪਰਿਪੂਰਨ ਪਰਮਾਤਮਾ ਪਿਆਰਿਓ ਆਪ ਹੀ ਕਰਮਾਂ ਦੇ ਅਨੁਸਾਰ ਦੁੱਖ ਤੇ ਸੁਖ ਦਿੰਦਾ ਹੈ, ਆਪ ਹੀ ਬਖਸ਼ਿਸ਼ ਕਰਦਾ ਹੈ। ਆਪੇ ਸੁਖ ਦੁਖ ਦੇਵੈ ਕਰਤਾ, ਆਪੇ ਬਖਸ਼ ਕਰੀਜੈ। ਕਿਉਂਕਿ ਕਿਰਪਾ ਆਪ ਕਰਨੀ ਹੈ ਉਸ ਮਾਲਕ ਨੇ, ਦੁੱਖ ਵੀ ਤੇ ਸੁੱਖ ਵੀ ਦੇਣ ਵਾਲਾ ਤਾਂ ਇੱਕ ਆਪ ਹੀ ਹੈ, ਕੋਈ ਦੂਜਾ ਨਹੀਂ। ਗੋਬਿੰਦਵਾਲ ਸਾਹਿਬ ਵਿੱਚ ਸੇਖ ਜਾਤੀ ਦੇ ਮੁਸਲਮਾਨ ਸਤਿਗੁਰੂ ਤੀਜੇ ਗੁਰੂ ਨਾਨਕ ਗੁਰੂ ਅਮਰਦਾਸ ਮਹਾਰਾਜ ਜੀ ਦੇ ਬੜਾ ਬਾਦ ਰੱਖਦੇ ਸੀ। ਆਏ ਗਏ ਸਿੱਖ ਸਾਹਿਬ ਨੂੰ ਬੜੇ ਕਸ਼ਟ ਦੇਣੇ ਉਹਨਾਂ ਨੇ। ਜਲ ਭਰਨੇ, ਇਹ ਗੁਲੇਲੇ ਵਾਲਦੇ ਜਦੋਂ ਜਲ ਭਰਦੇ ਸੀ ਸਿੱਖ ਸੰਗਤਾਂ ਸੇਵਾ ਕਰਦੀਆਂ ਸੀ, ਲੇਲੇ ਵਾਲ ਕੇ ਘੜੇ ਭੰਨ ਦੇਣੇ। ਤਿੰਨਾਂ ਦਾ ਜੋ ਮੁਖੀਆ ਸੀ, ਜਦੋਂ ਸਤਿਗੁਰੂ ਪਾਤਸ਼ਾਹ ਜੀ ਨੂੰ ਪਤਾ ਲੱਗਿਆ, ਸਿੱਖ ਸੰਗਤਾਂ ਨੇ ਦੱਸਿਆ ਸਾਰੀ ਵਿਥਿਆ ਗੁਰੂ ਅਮਰਦਾਸ ਮਹਾਰਾਜ ਜੀ ਕੋਲ। ਪਾਤਸ਼ਾਹ ਨੇ ਪਾਵਨ ਬਾਣੀ ਉਚਾਰੀ, ਬੜੀਆਂ ਸੰਗਤਾਂ ਬੈਠੀਆਂ ਸੀ। ਸਤਿਗੁਰਾਂ ਨੇ ਪਾਵਨ ਬਚਨ ਕਹੇ, ਸਲੋਕ ਮਹਲਾ ਤੀਜਾ, ਸੇਖਾ ਅੰਦਰੋਂ ਜੋਰ ਛੱਡ ਤੂੰ ਭਉ ਕਰ ਝਲ ਗਵਾਏ। ਇਹ ਸਿੱਖਾ, ਸਿੱਖਿਆ ਦੇ ਲੈਣ ਵਾਲੇ ਜਗਿਆਸੂ, ਤੂੰ ਅੰਤਿਸ਼ਕਰਨ ਤੋਂ ਹੰਕਾਰ ਛੱਡ ਦੇ, ਕਿਉਂਕਿ ਪਿਆਰਿਓ ਹੰਕਾਰ ਪਰਮੇਸ਼ਰ ਨੂੰ ਭਾਉਂਦਾ। ਇਹ ਤਾਂ ਆਦ ਤੋਂ ਚੱਲੀ ਆਈ ਹੈ, ਅੱਜ ਦੀ ਆਦ ਤੋਂ। ਪਰ ਜੋ ਹੰਕਾਰੀ ਨੇ, ਨਿੰਦਕ ਨੇ, ਉਹਨਾਂ ਨੂੰ ਮਾਰਾਂ ਹੀ ਪੈਂਦੀਆਂ। ਪਾਤਸ਼ਾਹ ਕਹਿਣ ਲੱਗੇ, ਇਹ ਸਿੱਖਾ ਤੂੰ ਹੰਕਾਰ ਨੂੰ ਛੱਡ ਦੇ, ਪਰਮੇਸ਼ਰ ਦਾ ਭੈ ਧਾਰਨ ਕਰਕੇ ਆਪਣਾ ਸਦਾਇਆ ਇਹ ਝੱਲ ਜੋ ਸਦਾਈਆਂ ਵਾਲਾ ਤੇ ਗਵਾ, ਸੁਦੀ ਸਮਝੀ ਰੂਪ ਝੱਲ ਨੂੰ ਗਵਾ ਦੇ। ਪਾਤਸ਼ਾਹ ਕਹਿਣ ਲੱਗੇ, ਗੁਰ ਕੈ ਭੈ ਕੇਤੇ ਨਿਸਤਰੇ, ਭੈ ਵਿੱਚ ਨਿਰਭਉ ਪਾਏ। ਮਨ ਕਠੋਰ ਸ਼ਬਦ ਭੇਦ ਤੂੰ ਸ਼ਾਂਤ ਵਸੈ ਮਨ ਆਏ। ਗੁਰੂ ਦੇ ਭੈ ਕਰਕੇ ਬਹੁਤ ਜੀਵ ਸੰਸਾਰ ਤੋਂ ਵਿਸ਼ੇਸ਼ ਕਰਕੇ ਤਰ ਗਏ ਨੇ। ਪਰਮੇਸ਼ਰ ਦੇ ਭੈ ਵਿੱਚ ਹੋ ਕੇ ਤਿਸ ਨਿਰਭਉ ਪਦ ਨੂੰ ਪਾ ਲਿਆ। ਤੂੰ ਗੁਰੂ ਸ਼ਬਦ ਕਰਕੇ ਮਨ ਕਠੋਰ ਭੇਦ ਨਾ ਤਾਂ ਤੇਰੇ ਮਨ ਵਿੱਚ ਸ਼ਾਂਤੀ ਆ ਬਸੇ। ਇਸ ਕਠੋਰ ਮਨ ਨੂੰ ਦੂਰ ਕਰ ਦੇ। ਮਨ ਕਠੋਰ ਸ਼ਬਦ ਭੇਦ ਤੋਂ ਸ਼ਬਦ ਵਿੱਚ ਮਿਲਾ ਇਸ ਕਠੋਰ ਮਨ ਨੂੰ ਪੱਥਰ ਦਿਲ ਨੂੰ, ਤੇਰੇ ਮਨ ਵਿੱਚ ਵੀ ਸ਼ਾਂਤੀ ਆ ਜਾਏ, ਤੂੰ ਵੀ ਜੁੜ ਜਾਵੇਂਗਾ। ਕਿਉਂਕਿ ਸਤਿਗੁਰੂ ਬੜੇ ਭਰੇ ਪਕਾਰੇ, ਦਇਆ ਦੇ ਸਮੁੰਦਰ, ਇਹ ਬਖਸ਼ਿਸ਼ਾਂ ਕਰਦੇ ਨੇ, ਬਚਨ ਕਹਿੰਦੇ ਨੇ। ਸ਼ਾਂਤੀ ਵਿੱਚ ਕਾਰ ਕਮਾਵਣੀ, ਸਾ ਖਸਮ ਪਾਏ ਥਾਏ। ਨਾਨਕ ਕਾਮ ਕਰੋਧ ਕਿਨੇ ਨਾ ਪਾਇਓ, ਪੁੱਛੋ ਗਿਆਨੀ ਜਾਏ। ਸ਼ਾਂਤੀ ਵਿੱਚ ਜੋ ਕਾਰ ਕਮਾਵਣੀ, ਸ਼ਾਂਤ ਪਦ ਵਿੱਚ। ਸੋ ਵਾਹਿਗੁਰੂ ਪਿਆਰਿਓ, ਗੁਰੂ ਨਾਨਕ ਥਾਂ ਪ੍ਰਵਾਨ ਕਰ ਲੈਂਦਾ। ਕਾਮ ਕ੍ਰੋਧ ਕਰਕੇ ਕਿਸੇ ਨੇ ਵਾਹਿਗੁਰੂ ਨੂੰ ਨਹੀਂ ਪਾਇਆ, ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕੀਤੀ, ਵਿਕਾਰਾਂ ਵਿੱਚ ਲੱਗਿਆ। ਪਾਤਸ਼ਾਹ ਫਰਮਾਉਂਦੇ,
ਇਹ ਬਾਤ ਜੋ ਜਾਣਨੇ ਹਾਰੀ ਗਿਆਨੀ ਤੇ ਇਹਨਾਂ ਨੂੰ ਜਾ ਕੇ ਭਾਵੇਂ ਤੂੰ ਪੁੱਛ ਵੀ ਲੈ। ਸਤਿਗੁਰੂ ਕਹਿ ਰਹੇ ਨੇ ਨਾਨਕ ਕਾਮ ਕ੍ਰੋਧ ਕਿਨੇ ਨਾ ਪਾਇਓ, ਪੁੱਛੋ ਗਿਆਨੀ ਜਾਏ ਭਾਵੇਂ ਗਿਆਨਵਾਨਾਂ ਤੋਂ ਪੁੱਛਦਾ। ਕਿ ਇਹਨਾਂ ਵਕਾਰਾਂ ਵਿੱਚ ਰੱਤੇ ਹੋਏ ਨੇ ਕਿਸੇ ਦੀ ਪ੍ਰਾਪਤੀ ਨਹੀਂ ਕੀਤੀ ਅੱਜ ਤੱਕ। ਜਿਨ੍ਹਾਂ ਨੇ ਕੀਤੀ ਨਿਸ਼ਕਾਮਤਾ ਨਾਲ ਸ਼ੁਭ ਮਾਰਗ ਤੇ ਚੱਲੇ ਆ, ਸਵੱਛ ਨਿਰਮਲ ਕਰਮ ਕਰਕੇ ਹੀ ਕੀਤੀ ਹੈ। ਸੱਚ ਦੀ ਕਰਨੀ ਕਮਾਈ ਕਰਕੇ ਹੀ ਕੀਤੀ। ਮਹਲਾ ਤੀਜਾ ਮਨ ਮੁਖ ਮਾਇਆ ਮੋਹ ਹੈ, ਨਾਮ ਨ ਲਗੋ ਪਿਆਰ। ਕੂੜ ਕਮਾਵੈ ਕੂੜ ਸੰਗਰੈ, ਕੂੜ ਕਰੇ ਆਹਾਰ। ਮਨਮੁਖ ਦਾ ਮਾਇਆ ਵਿੱਚ ਮੋਹ, ਇਸੀ ਤੇ ਤਿਸਦਾ ਨਾਮ ਵਿੱਚ ਪਿਆਰ ਨਹੀਂ ਲੱਗਦਾ। ਮਨ ਝੂਠ ਕਮਾਉਂਦਾ ਹੈ, ਝੂਠ ਦਾ ਪਾਤਸ਼ਾਹ ਫਰਮਾਉਂਦੇ ਨਹੀਂ ਸੰਗ੍ਰਹਿ ਕਰਦਾ, ਝੂਠ ਬੋਲ ਕੇ ਭੋਜਨ ਕਰਦਾ। ਬਿਖ ਮਾਇਆ ਧਨ ਸੰਚ ਮਰੇ, ਅੰਤੇ ਹੋਏ ਸਭ ਛਾਰ। ਕਰਮ ਧਰਮ ਸੁਚ ਸੰਜਮ ਕਰੇ, ਅੰਤਰ ਲੋਭ ਵਿਕਾਰ। ਬਿਖਰੂ ਮਾਇਆ ਛੜ ਰੂਪ ਧਨ ਨੂੰ ਸੰਚ ਕਰਕੇ ਮਰ ਜਾਂਦਾ, ਅੰਤ ਨੂੰ ਸਭ ਧਨ ਭਸਮ ਹੋ ਜਾਂਦਾ। ਨਾਨਕ ਜੇ ਮਨ ਮੁਖ ਕਮਾਵੈ, ਸੋ ਥਾਏ ਨਾ ਪਵੈ। ਦਰ ਗਹਿ ਹੋਏ ਖੁਆਰ। ਜੋ ਮਨਮੁਖ ਕਰਮ ਕਮਾਉਂਦਾ ਹੈ ਪਿਆਰਿਓ, ਪਾਤਸ਼ਾਹ ਫਰਮਾਉਂਦੇ ਨੇ ਉਹ ਕਰਮ ਥਾਂ ਨਹੀਂ ਪੈਂਦਾ। ਬਿਖ ਮਾਇਆ ਧਨ ਸੰਚ ਮਰੇ, ਅੰਤੇ ਹੋਏ ਸਭ ਛਾਰ। ਕਰਮ ਧਰਮ ਸੁਚ ਸੰਜਮ ਕਰੇ, ਅੰਤਰ ਲੋਭ ਵਿਕਾਰ। ਬਿਖ ਰੂਪ ਮਾਇਆ ਛੜ ਰੂਪ ਧਨ ਨੂੰ ਸੰਚ ਕਰਕੇ ਮਰ ਜਾਂਦਾ, ਅੰਤ ਨੂੰ ਸਭ ਧਨ ਹੀ ਭਸਮ ਹੀ ਹੋ ਜਾਂਦਾ, ਆਪਣਾ ਨਹੀਂ ਰਹਿੰਦਾ। ਕਿਉਂਕਿ ਆਪਣਾ ਤਾਂ ਤਨ ਵੀ ਨਹੀਂ, ਇਹ ਤਨ ਵੀ ਭਸਮ ਦੀ ਢੇਰੀ ਹੋ ਜਾਣਾ। ਇਹੋ ਤਨ ਹੋਏਗੋ ਭਸਮ ਦੀ ਢੇਰੀ। ਨਾਨਕ ਜੇ ਮਨਮੁਖ ਕਮਾਵੈ, ਸੋ ਥਾਏ ਨਾ ਪਵੈ। ਦਰਗਹਿ ਹੋਏ ਜੋ ਮਨਮੁਖ ਕਰਮ ਕਮਾਉਂਦਾ, ਬੜੇ ਕਰਮਾਂ ਦੇ ਬੀਜ ਬੀਜਦਾ, ਵੱਡੇ ਅਡੰਬਰ ਦੀ। ਪਰ ਸਤਿਗੁਰੂ ਫਰਮਾਉਂਦੇ ਨੇ ਉਹ ਥਾਂ ਨਹੀਂ ਪੈਂਦੇ, ਪ੍ਰਵਾਨ ਨਹੀਂ ਹੁੰਦੇ। ਅੰਤ ਨੂੰ ਸੱਚੇ ਪਰਮੇਸ਼ਰ ਦੀ ਸੱਚੀ ਦਰਗਾਹ ਵਿੱਚ ਵਿਰਖੁਆਰ ਹੁੰਦਾ, ਸਜ਼ਾਵਾਂ ਭੁਗਤਦਾ। ਔੜੀ ਆਪੇ ਖਾਣੀ ਆਪੇ ਬਾਣੀ, ਆਪੇ ਖੰਡ ਵਰ ਭੰਡ ਕਰੇ। ਆਪ ਸਮੁੰਦ ਆਪੇ ਹੈ ਸਾਗਰ, ਆਪੇ ਹੀ ਵਿੱਚ ਰਤਨ ਧਰੇ। ਪਰਿਪੂਰਨ ਪਰਮਾਤਮਾ ਨੇ ਆਪ ਹੀ ਅੰਡਜ ਜੇਦਜ ਸੇਤਜ ਉਤਪੁਜ ਚਾਰ ਖਾਣੀਆਂ ਨੇ, ਆਪ ਹੀ ਕੀਤੀਆਂ ਨੇ ਪਰਮੇਸ਼ਰ ਨੇ। ਆਪ ਹੀ ਪਰਾ ਪਸੰਤੀ ਮਤਮਾ ਵੈਖਰੀ ਚਾਰ ਬਾਣੀਆਂ ਨੇ, ਆਪ ਹੀ ਕੀਤੀਆਂ ਨੇ। ਆਪ ਹੀ 9 ਖੰਡ ਕੀਤੇ ਨੇ, ਆਪ ਹੀ ਬ੍ਰਹਿਮੰਡ ਦੇ ਜੀਵ ਕੀਤੇ ਨੇ ਮੇਰੇ ਵਾਹਿਗੁਰੂ ਪਰਮੇਸ਼ਰ। ਆਪ ਹੀ ਸੰਸਾਰ ਉਪਰ ਤੱਕ ਸਪਤ ਸਮੁੰਦਰ ਰੂਪ ਹੈ ਮੇਰਾ ਵਾਹਿਗੁਰੂ। ਆਪ ਹੀ ਸਗਲ ਦੇ ਪੁੱਤਰਾਂ ਦਾ ਬਣਾਇਆ ਹੋਇਆ ਸਗਲ। ਆਪ ਹੀ ਉਸ ਵਿੱਚ ਸ਼ੁਭ ਗੁਣ ਰਤਨ ਪ੍ਰਤੱਖ ਰਤਨ ਧਾਰਨ ਕੀਤੇ ਨੇ। ਕਿਸ ਨੇ? ਪਰਿਪੂਰਨ ਪਰਮਾਤਮਾ ਨੇ। ਕਿਉਂਕਿ ਚੋਜੀ ਪ੍ਰੀਤਮ ਹੈ ਭਿੰਨ ਭਿੰਨ ਚੋਜ ਆਪ ਕਰਦਾ। ਆਪ ਲਹਾਏ ਕਰੇ ਜਿਸ ਕਿਰਪਾ, ਜਿਸਨੋ ਗੁਰਮੁਖ ਕਰੇ ਹਰੇ। ਆਪੇ ਭੋਜਲ ਆਪ ਹੈ ਮੋਹਿਤਾ, ਆਪੇ ਖੇਵਟ ਆਪ ਦਰੇ। ਆਪ ਹੀ ਜਿਸ ਪਰ ਮੇਰਾ ਵਾਹਿਗੁਰੂ ਗੁਰੂ ਨਾਨਕ ਕਿਰਪਾ ਕਰਦਾ ਹੈ, ਉਸ ਨੂੰ ਦੋਨੋਂ ਪ੍ਰਕਾਰ ਦੇ ਰਤਨਾਂ ਦੀ ਪ੍ਰਾਪਤੀ ਕਰਾ ਦਿੰਦਾ। ਕਿਰਪਾ ਤਿਸ ਪਰ ਕਰਦਾ ਜਿਸ ਨੂੰ ਵਾਹਿਗੁਰੂ ਗੁਰੂ ਦੇ ਸਨਮੁਖ ਕਰਦਾ, ਉਸ ਤੇ ਕਿਰਪਾ ਹੁੰਦੀ। ਆਪ ਹੀ ਪੂਰਬੋਗਤ ਸੰਸਾਰ ਰੂਪ ਸਮੁੰਦਰ ਵਾਹਿਗੁਰੂ, ਆਪ ਹੀ ਗਿਆਨ ਰੂਪ ਜਹਾਨ, ਆਪ ਹੀ ਗੁਰੂ ਰੂਪ ਖੇਵਟ ਮਲਾ ਵੀ ਆਪ ਹੈ। ਆਪ ਹੀ ਜਗਿਆਸੂ ਹੋ ਕੇ ਤਰ ਜਾਂਦਾ। ਆਪੇ ਕਰੇ ਕਰਾਏ ਕਰਤਾ, ਅਵਰ ਨ ਦੂਜਾ ਤੁਝੈ ਸਰੇ। ਕਰਤਾ ਪੁਰਖ ਸਭ ਕੁਝ ਆਪ ਹੀ ਕਰਦਾ ਤੇ ਕਰਾਉਂਦਾ, ਦੂਜਾ ਕੋਈ ਨਹੀਂ ਸਮਾਨ ਤਿਸ ਦੇ। हे करता तू सब कुछ आप है, तेरी सदस्य कोई नहीं।
इसी तरह से सब सतगुरु पातशाह वचन कहते ने, आपे करे कराए करता अवर न दूजा तो जैसे। सलोक महला तीजा, सतगुर की सेवा सबल है, जे को करे चित लाए। नाम पदारथ पाइए, अचिंत बसै मन आए। सतगुरु की जो सेवा टहल वो सफल है, परंतु जे कोई चित ला के करे सेवा तां सफली है। पातशाह ये भी कहते ने, जे को करे चित लाए। जे सेवा करके नाम रूपी पदार्थ मिलता, नाम पदार्थ पाइए, अचिंत बसै मन आए। नाम से चिंतन से रहित बेअंत अकाल पुरख मन विच सुते बसदा। जन्म मरण दुख कटिए, हौं मैं ममता जाए। उत्तम पदवी पाइए, सच्चे रह समाए। हंता ते ममता चली जाती है, जन्म ते मन का दुख कटिया जाता है। जो सच्चे विच अभेद हो जाते ने तो उत्तम पदवी मोख उपा लेंदे ने प्यारे। नानक पूरब जिन को लिखिया, तिना सतगुर मिले आया। जिन्हां नूं पूर्व दा उत्तम लेख विधाता ने लिखिया, तिन्हां नूं आके पूਰਨ गुरु मिलदा है। गुरु नानक दे घर आउंदे ने, बख्शिशां लैंदे ने। महला तीजा, नाम रता सतगुरु है, कल जुग बोए दोए। गुरमुख होवै सो पार पवै, जिन्ना अंदर सच्चा सोए। नाम रता सतगुरु है, कल जुग बोए धोए। जो नाम नामी विच रतिया होया, ओही सतगुरु है प्यारे। कल युग दे विच ज्ञान रूप जहाज तिन्हां नूं प्राप्त होया मिलिया, जो गुरमुख हुंदा सो संसार तो पार हो जांदा। गुरमुख ओ जिन्हां दे अंदर सो सच्चा मेरा वाहिगुरु बैठा है। नाम संभाले नाम संग रह, नामे ही पत होए। नानक सतगुर पाया, करमो प्राप्त होए। नाम जी दी संभालना करता है, नाम संग्रह करता है। तिन्हां दी नाम करके प्रतिष्ठा होती है, वडियाई। सतगुरां ते नाम पाया है, गुरु तो नाम मिले। सतगुरु पूर्व जन्म दे पुन्ना करके ही मिलते ने। पातशाह फरमाउंदे ने, नानक सतगुर पाया, कर्म प्राप्त होए। क्योंकि पूर्व कर्मां दे जरिए ही पूਰਨ गुरु मिलता है। पौड़ी आपे पारस आप तात है, आपकी तो न कंचन। आपे ठाकुर सेवक, आपे आपे ही पाप खंडन। सतगुरु पातशाह पावन उपदेश फरमाउंदे ने, आपे ही परिपूर्ण परमात्मा, आपे पारस आप धात है, आपकी तोन कंचन। हे मेरे अकाल पुरख, तू प्रतख गुरु रूप पास भी आप ही अज्ञानी रूप प्रतख, आप ही धातु लोहा रूप। आप ही लोहे पास का संयोग करके कंचन कर दिंदा है। शुद्ध कंचन अपना स्वरूप आप बना लेता। आपे सेवक आप ही तू ठाकुर। आपे ही पापां नूं खंडन करदा। आपे ठाकुर सेवक, आपे आपे ही पाप खंडन। पातशाह फरमाउंदे ने, आपे सब घट भोग वै स्वामी। आपे ही सब अंजन। आप विवेक आप सब बेता, आपे गुरमुख भंजन। सतगुरु पातशाह फरमाउंदे ने कि मेरे गुरु नानक, मेरे वाहिगुरु आपे सब घटां शरीरां विच भोग करदा, सब आप ही माया रूप। जोगी अंदर जोगी आ, तू भोगी अंदर भोगी आ। तेरा अंत ना पाया, सुरग मश पाया ले। तू आप ही जोगी, आप ही भोगी है। बड़ा बेअंत है, जिसका कोई पारावार।
ਐਸਾ ਚੂਜੀ ਪ੍ਰੀਤਮ ਸਭ ਘਟਾਂ ਵਿੱਚ ਤੂੰ ਆਪ ਬੈਠਾ ਹੈ। ਘਟ ਘਟ ਮੈਂ ਹਰ ਜੂ ਵਸੈ, ਹਰੀ ਵਸਦਾ ਸਭ ਸਰੀਰਾਂ ਵਿੱਚ ਭੋਗ ਕਰਦਾ, ਸਭ ਆਪ ਹੀ ਮਾਇਆ ਦੂ। ਆਪ ਹੀ ਬਬੀਕ ਰੂਪ, ਪਾਤਸ਼ਾਹ ਫਰਮਾਉਂਦੇ ਨੇ ਆਪ ਹੀ ਸਭ ਦਾ ਗਿਆਤਾ ਹੈ। ਆਪ ਹੀ ਗੁਰਮੁਖ ਹੋ ਕੇ ਬੰਦਗੀ ਵਿੱਚ ਜੁੜਦਾ, ਭਗਤੀ ਕਰਦਾ। ਆਪੇ ਗੁਰਮੁਖ ਭੰਜਨ, ਭਜਨ ਕਰਦਾ ਹੈ, ਬੰਦਗੀ ਵਿੱਚ ਜੁੜਦਾ। ਗੁਰਮੁਖਾਂ ਨੂੰ ਦੁੱਖਾਂ ਦਾ ਨਾਸ਼ ਕਰਦਾ ਹੈ, ਗੁਰਮੁਖਾਂ ਦੇ ਦੁੱਖ ਨਾਸ਼ ਕਰ ਦਿੰਦਾ ਆਪ ਹੀ। ਜਨ ਨਾਨਕ ਸਾਲਾਹੇ ਨਾ ਰਜੈ, ਤੁਧ ਕਰਤੇ ਤੂੰ ਹਰ ਸੁਖ ਦਾਤਾ ਵੱਡਣ। ਅਸੀਂ ਦਾਸ ਹੀ ਮੇਰੇ ਗੁਰੂ ਨਾਨਕ ਮੇਰੇ ਵਾਹਿਗੁਰੂ ਤੇਰੀ ਉਸਤਤੀ ਕਰਦੇ, ਤ੍ਰਿਪਤ ਨਹੀਂ ਹੁੰਦੇ ਕਿ ਦਿਨ ਰਾਤ ਤੇਰੀ ਗੁਣ ਗਾਈ ਜਾਏ। ਤੇਰੀ ਉਸਤਤ ਕਰੀਏ, ਵਡਿਆਈ ਕਰੀਏ। ਇਹ ਵਾਹਿਗੁਰੂ ਤੂੰ ਵੱਡਾ ਸਮਰੱਥ ਸੁੱਖਾਂ ਦਾ ਦਾਤਾ। ਐਸੀ ਸੁੱਖਾਂ ਦੇ ਦਾਤੇ ਪਰਮੇਸ਼ਰ ਦੀ ਸ਼ਰਨ ਲਈਏ, ਗੁਰ ਸ਼ਬਦੀ ਗੁਰਮਤਿਏ ਬਣੀਏ। ਨਾਮ ਨੂੰ ਜਪੀਏ, ਸੰਗ ਕਰੀਏ ਸਤਪੁਰਸ਼ਾਂ ਦਾ, ਆਪਣਾ ਅਮੋਲਕ ਜਨਮ ਸਫਲ ਹੋ ਜਾਵੇ। ਹੇ ਅਚੁੱਤ ਨਾਨਕ ਵਿਜੈ ਨਾਮ ਰਖ ਜੀ ਆਏ ਕਿਰਪਾ ਨਿਜ ਦਿਆ